ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨ ਦੀ ਬਣਾਈ ਰਣਨੀਤੀ। ਕਾਂਗਰਸ ਆਪ ਸਮੇਤ 14 ਪਾਰਟੀਆਂ ਨੇ ਮਿਲ ਕੇ ਕੀਤੀ ਚਰਚਾ। ਕਿਸਾਨ, ਮਹਿੰਗਾਈ ਅਤੇ ਜਾਸੂਸੀ ਮਾਮਲੇ 'ਚ ਸਰਕਾਰ ਦੀ ਘੇਰਾਬੰਦੀ ਕਰਨ ਦਾ ਬਣਾਇਆ ਪਲਾਨ। ਸੰਸਦ 'ਚ ਧਰਨਾ ਦੇਣ ਤੇ ਬੋਲੇ ਗੁਰਜੀਤ ਔਜਲਾ। ਕਿਹਾ ਸਰਕਾਰ ਖੇਤੀ ਕਾਨੂੰਨਾਂ ਬਾਰੇ ਸੁਣਨ ਨੂੰ ਤਿਆਰ ਨਹੀਂ। ਉਹਨਾਂ ਕੋਲ ਧਰਨੇ ਦੇਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਗੈਂਗਸਟਰ ਪ੍ਰੀਤ ਸੇਖੋਂ ਅਤੇ ਨਿੱਕਾ ਖਡੂਰੀਆ ਨੂੰ ਗ੍ਰਿਫਤਾਰ ਕਰਨ ਤੇ ਬੋਲੇ AIG ਗੁਰਮੀਤ ਚੌਹਾਨ। ਕਿਹਾ ਪਲਾਨ ਨੂੰ ਐਗਜ਼ੀਕਿਊਟ ਕਰਨਾ ਬੜਾ ਮੁਸ਼ਕਿਲ ਸੀ, ਪਰ ਫਿਰ ਵੀ ਪੁਲਿਸ ਨੇ ਚੌਕਸੀ ਨਾਲ ਫੜੇ ਦੋਵੇਂ ਗੈਂਗਸਟਰ। ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਪਤਨੀ ਬੇਅੰਤ ਕੌਰ ਤੇ 420 ਦਾ ਕੇਸ ਦਰਜ। ਬਰਨਾਲਾ ਪੁਲਿਸ ਨੇ ਲਵਪ੍ਰੀਤ ਦੇ ਪਿਤਾ ਦੇ ਬਿਆਨਾਂ ਤੇ ਦਰਜ ਕੀਤਾ ਮਾਮਲਾ। ਕੈਨੇਡਾ ਰਹਿੰਦੀ ਹੈ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ। ਨਿੱਜੀ ਟਰਾਂਸਪੋਰਟਰਾਂ ਨੇ ਹਾਈ ਕੋਰਟ 'ਚੋਂ ਵਾਪਸ ਲਈਆਂ ਪਟੀਸ਼ਨਾਂ। ਹਾਈ ਕੋਰਟ ਦੇ 2012 ਦੇ ਫੈਸਲੇ ਨੂੰ ਡਬਲ ਬੈਂਚ ਕੋਲ ਦਿੱਤੀ ਸੀ ਚੁਣੌਤੀ। ਬਿਨਾਂ ਮਨਜ਼ੂਰੀ ਰੂਟ ਪਰਮਿਟਾਂ 'ਚ ਕੀਤੇ ਵਾਅਦੇ ਤੇ ਕੋਰਟ ਨੇ ਲਾਈ ਸੀ ਰੋਕ। ਮੀਂਹ ਨਾਲ ਹਿਮਾਚਲ 'ਚ ਹੜ੍ਹਾਂ ਵਰਗੇ ਹਾਲਾਤ। ਨਦੀ ਨਾਲਿਆਂ 'ਚ ਵਧਿਆ ਪਾਣੀ ਦਾ ਪੱਧਰ। ਮਨੀਕਰਨ ਘਾਟੀ 'ਚ 3 ਲੋਕ ਪਾਣੀ 'ਚ ਰੁੜੇ, 3 ਦੀ ਮੌਤ, 1 ਲਾਪਤਾ। ਭਾਰੀ ਮੀਂਹ ਤੋਂ ਬਾਅਦ ਹਿਮਾਚਲ 'ਚ ਕਈ ਥਾਵਾਂ ਤੇ ਡਿੱਗੀਆਂ ਟਿੱਗਾਂ। ਕਈ ਰਸਤੇ ਹੋਏ ਬੰਦ, ਲੰਮੇ ਜਾਮ ਲੱਗੇ। ਕਈ ਥਾਵਾਂ ਤੇ ਵਾਹਨਾਂ ਤੇ ਡਿੱਗੇ ਪੱਥਰ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਗੱਲ ਸੰਸਦ ਦੇ ਮੌਨਸੂਨ ਸੈਸ਼ਨ ਦੀ। ਸਰਕਾਰ ਘੇਰਨ ਦੇ ਲਈ ਵਿਰੋਧੀ ਧਿਰਾਂ ਵੱਲੋਂ ਰਣਨੀਤੀ ਘੜੀ ਗਈ ਹੈ। ਕਾਂਗਰਸ, ਆਮ ਆਦਮੀ ਪਾਰਟੀ ਸਮੇਤ 14 ਪਾਰਟੀਆਂ ਨੇ ਅੱਜ ਚਰਚਾ ਕੀਤੀ ਹੈ। ਕਿਸਾਨੀ, ਮਹਿੰਗਾਈ ਅਤੇ ਜਾਸੂਸੀ ਮਾਮਲੇ ਤੇ ਇੱਕ ਪਲਾਨ ਬਣਾਇਆ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਿਸਾਨਾਂ ਦੇ ਮੁੱਦਿਆਂ ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਮਹਿੰਗਾਈ ਅਤੇ ਪੈਗਾਸਸ ਦੇ ਮੁੱਦੇ ਤੇ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਔਰ ਇਹਨਾਂ ਸਾਰੇ ਮੁੱਦਿਆਂ ਤੇ ਸੰਸਦ 'ਚ ਚਰਚਾ ਹੋਵੇ। ਇਹ ਮੰਗ ਅੱਜ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਹੈ। 14 ਪਾਰਟੀਆਂ ਨੇ ਮਿਲ ਕੇ ਇਹ ਮੰਗ ਰੱਖੀ ਹੈ। ਭਗਵੰਤ ਮਾਨ ਵੀ ਉਹਨਾਂ 14 ਪਾਰਟੀਆਂ ਦੇ ਵਿੱਚ, ਯਾਨੀ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਸ਼ਾਮਲ ਹੋਏ ਨੇ। ਸੋ 14 ਪਾਰਟੀਆਂ ਦੀ ਇਹ ਚਰਚਾ ਹੋਈ ਹੈ ਕਿ ਕਿਸਾਨੀ ਮੁੱਦੇ ਤੇ ਸੰਸਦ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਸਾਰੀਆਂ ਪਾਰਟੀਆਂ ਵੱਲੋਂ ਇਕੱਠੇ ਮਿਲ ਕੇ ਰਾਹੁਲ ਗਾਂਧੀ ਨੇ ਇਹ ਮੀਟਿੰਗ ਕੀਤੀ ਹੈ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ। ਔਰ ਕਿਹਾ ਹੈ ਕਿ ਮਹਿੰਗਾਈ ਅਤੇ ਪੈਗਾਸਸ ਦੇ ਮੁੱਦੇ ਨੂੰ ਵੀ ਅਸੀਂ ਸੰਸਦ ਦੇ ਵਿੱਚ ਚੁੱਕਾਂਗੇ। ਕਿਸਾਨਾਂ ਦੇ ਮੁੱਦਿਆਂ ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਰਾਹੁਲ ਗਾਂਧੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਹੈ ਇਸ ਮੀਟਿੰਗ ਤੋਂ ਬਾਅਦ। ਸੋ ਸਾਡੇ ਸਹਿਯੋਗੀ ਅਸ਼ਰਫ ਕਾਜ਼ਮੀ और पंकज कपाही दोनों जुड़े ने। पहला अशरफ काजमी दा रुख करते हैं। अशरफ, सबसे पहले आपसे जानना चाहेंगे, 14 पार्टियों के जो सांसद हैं उन्होंने मिलकर ये पूरी स्ट्रेटजी प्लान की है और क्या इन 14 पार्टियों में एक एकजुटता नजर आ रही है? क्योंकि अभी तक जो हम देख पाए हैं, चाहे फार्मर का इशू हो या कोई दूसरा हो, सब अपने अपने बैनर लेके खड़े हैं। सब अलग अलग तरीके से वो प्रोटेस्ट को आगे बढ़ा रहे हैं और जो अपने सोशल मीडिया अकाउंट्स पे भी वीडियोस वगैरह पोस्ट करते हैं, उसमें कहीं ना कहीं दूसरी पार्टी का जिक्र जरूर होता है कि इन्होंने नहीं किया, हम लोग कर रहे हैं। तो आज जो 14 पार्टियों की मीटिंग हुई है, क्या उसमें एकजुटता नजर आई है? देखिए विजयपाल, ये तो बहुत साफ है कि जितने जो दल हैं, 14 दल आज जिनकी विपक्षी दलों की बैठक हुई है, वो सब अपने अपने मुद्दे लेके चल रहे हैं और सब यही कहना चाहते हैं कि हम आपके किसानों के साथ हैं या महंगाई के मुद्दे पे हम इसे उठा रहे हैं, क्योंकि चुनावी वर्ष है, सबको अब जनता के बीच में जाना है और ये बात रखनी है कि हमने आपकी आवाज़ सदन में उठाई, ये सदन में नहीं उठा सके क्योंकि सदन नहीं चला, हमने सड़क पे उठाई। ये सब इसलिए कर रहे हैं, लेकिन कमोबेश सभी के मुद्दे वही हैं जो सबको जुड़े हुए। कोई पार्टी किसानों की बात करे, किसान जैसे राहुल गांधी हैं, वो सीधा सीधा किसानों की बात कर रहे हैं कि जब तक कृषि सुधार कानून जो तीनों हैं वो वापस नहीं होंगे,
पीछे नहीं हटेंगे। पेगासस जो जासूसी कांड है उसमें जब तक इंक्वायरी नहीं होगी उस पर पीछे नहीं हटेंगे। ये तमाम मुद्दे हैं, महंगाई का मुद्दा हो उस पर भी। इसी तरह से जो दूसरी पार्टियां हैं वो भी अब कमोबेश यही बात है, चाहे आम आदमी पार्टी की तरफ से हो, शिवसेना हो या फिर एनसीपी हो, सभी ने यही बातें की है, लेकिन सबके मुद्दे की प्राथमिकता अलग अलग है। विजयपाल जी, तो अभी जो स्ट्रेटजी प्लान हुई है उसका कुछ असर नजर आया है? कुछ शुरुआत की है इन सांसदों ने? बिल्कुल, देखिए अब से कुछ ही देर बाद यहीं विजय चौक पर तमाम विपक्षी नेता राहुल गांधी के साथ यहां पर आएंगे और प्रेस को संबोधित करेंगे। वो कल भी जैसे विपक्षी नेता आए थे, उन्होंने प्रेस को यहीं पे संबोधित किया था और साफ कहा था कि सदन नहीं चल पा रहा है, हम चर्चा को तैयार है। वो सिर्फ फिर आज वही बात दोहराएंगे कि सदन नहीं चल पा रहा है, हम अपनी बात रखना चाहते हैं, चर्चा करना चाहते हैं, लेकिन नहीं सुनी जा रही है। हम इसलिए यहाँ विजय चौक पर बीच सड़क पर आए हैं और अपनी बात रख रहे हैं। तो कहीं ना कहीं एकजुटता तो जरूर नजर आ रही है अभी। विजय ठीक है अशरफ। पंकज कपाही भी साडे नाल जुड़े हुए ने, साडे सहयोगी। पंकज, बेसिकली इसनू पंजाब एंगल तो, पंजाब हरियाणा इस एंगल तो समझना बड़ा जरूरी है, क्योंकि किसानी मुद्दा इस वेले एक तरीके नाल किसानां ने जिहड़ा है वो ਜਿਹੜਾ ਸਿਆਸੀ ਪਾਰਟੀਆਂ ਨੂੰ ਇੱਕ ਤਰੀਕੇ ਦੀ ਉਹਨਾਂ ਨੂੰ ਐਡਵਾਈਜ਼ਰੀ ਇਸ਼ੂ ਕਰ ਦਿੱਤੀ ਹੈ ਕਿ ਜੇ ਤੁਸੀਂ ਇਸ ਤਰੀਕੇ ਨਾਲ ਅੱਗੇ ਵਧੋਗੇ, ਜੇ ਸਾਡੀ ਮੰਗ ਨੂੰ ਠੋਸ ਤਰੀਕੇ ਨਾਲ ਰੱਖੋਗੇ ਤਾਂ ਹੀ ਤੁਸੀਂ ਆ ਕੇ ਅੱਗੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈ ਆਪਣੀ ਕੈਂਪੇਨਿੰਗ ਕਰ ਸਕਦੇ ਹੋ, ਨਹੀਂ ਤਾਂ ਜਿਹੜਾ ਵੀ ਇਹ ਕੰਮ ਨਹੀਂ ਕਰੂਗਾ ਉਹਦੇ ਲਈ ਇਹ ਕੈਂਪੇਨਿੰਗ ਮੁਸ਼ਕਿਲ ਹੋ ਜਾਏਗੀ। ਇਸ ਤਰੀਕੇ ਦਾ ਇੱਕ ਸੰਦੇਸ਼ ਜਾਂ ਸੁਨੇਹਾ ਜਿਹੜਾ ਹੈ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਵੇਲੇ ਖਾਸ ਤੌਰ ਤੇ ਚੱਲ ਰਿਹਾ, ਯੂਪੀ ਵੀ ਨਾਲ ਇਲੈਕਸ਼ਨ ਕਿਉਂਕਿ ਯੂਪੀ ਦੇ ਵਿੱਚ ਵੀ ਨੇ। ਸੋ ਐਸੇ ਵਿੱਚ ਭਗਵੰਤ ਮਾਨ ਵੀ ਉਸ ਤਸਵੀਰ ਦੇ ਵਿੱਚ ਬੈਠੇ ਨਜ਼ਰ ਆਉਂਦੇ ਨੇ, ਅਕਾਲੀ ਦਲ ਦੇ ਸੰਸਦ ਵੀ ਨੇ, ਹੋਰ ਵੀ ਨੇ। ਸੋ ਕੀ ਇਹ ਇੱਕ ਫਰੇਮ 'ਚ ਫਿੱਟ ਬੈਠਦੇ ਨੇ ਪੰਕਜ ਉਸ ਲਿਹਾਜ਼ ਨਾਲ? ਕਿਉਂਕਿ ਪਿਛਲੇ ਦਿਨਾਂ 'ਚ ਜੋ ਆਪਾਂ ਦੇਖਿਆ, ਜੋ ਮੈਂ ਅਸ਼ਰਫ ਤੋਂ ਪੁੱਛ ਰਿਹਾ ਸੀ ਸਵਾਲ ਕਿ ਅਲੱਗ-ਅਲੱਗ ਤਖਤੀਆਂ ਲੈ ਕੇ ਖੜੇ ਜਾਂ ਅਲੱਗ-ਅਲੱਗ ਤਰੀਕੇ ਨਾਲ ਪ੍ਰੋਟੈਸਟ ਕਰਦੇ ਤੇ ਸਾਰੇ ਨਜ਼ਰ ਆ ਰਹੇ ਨੇ, ਪਰ ਇਕੱਠੇ ਹੋ ਕੇ ਇੱਕੋ ਛਤਰੀ ਥੱਲੇ ਖੜ ਕੇ ਪ੍ਰੋਟੈਸਟ ਕਰਨਾ ਕਿੰਨਾ ਕੁ ਈਜ਼ੀ ਹੈ ਜਾਂ ਕਿੰਨਾ ਕੁ ਔਖਾ ਹੈ ਪੰਜਾਬ ਦੀਆਂ ਪਾਰਟੀਆਂ ਦੇ ਲਈ? देखो विजय, क्योंकि पंजाब च कांग्रेस की सरकार है और ओपोजिशन पार्टी दे विच आम आदमी पार्टी है, दोवें एक दूसरे ते तंज कसदे रहिंदे है। लेकिन अज जिहड़ियां तस्वीरां असीं दिखा रहे हैं कि राहुल गांधी दे नाल जिहड़ी मीटिंग हुई उस दे विच भगवंत मान भी मौजूद सीगे और भगवंत मान होरी भी आम आदमी पार्टी भी हिमायत दे रही है, लेकिन दूजे पासे किते ना किते एक दूसरे ते तंज भी कस रहे हैं। जदों अज कल रात जिहड़ा वा रवनीत सिंह बिट्टू, गुरजीत औजला रात 10:30-11 बजे तक पार्लीमेंट के अंदर ही धरना लगा के बैठे रहे, ਤਾਂ ਬਾਹਰ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਵੱਲੋਂ ਲਗਾਤਾਰ ਕੰਮ ਰੋਕੂ ਮਤਾ ਜਿਹੜਾ ਵਾ ਉਹ ਲਿਆਂਦਾ ਜਾ ਰਿਹਾ ਵਾ। ਅਕਾਲੀ ਦਲ ਉਸ ਗੇਟ ਤੇ ਖੜਾ ਹੋ ਜਾਂਦਾ ਹੈ ਜਿੱਥੇ ਖੇਤੀਬਾੜੀ ਮੰਤਰੀ ਨੇ ਨਿਕਲਣਾ ਹੁੰਦਾ, ਉਹਨਾਂ ਦੇ ਸਾਹਮਣੇ ਤਖਤੀਆਂ ਲੈ ਕੇ ਜਾਈਆਂ ਜਾਂਦੀਆਂ, ਕਿਉਂਕਿ ਕਿਸਾਨ ਦੀ ਵੋਟ ਹਰ ਕਿਸੇ ਨੂੰ ਪਿਆਰੀ ਹੈ, ਕਿਸਾਨ ਵੋਟ ਕਿਸੇ ਹੋਰ ਪਾਸੇ ਨਾ ਜਾਵੇ। ਇਸ ਕਰਕੇ ਬੀਜੇਪੀ ਨੂੰ ਛੱਡ ਕੇ, ਪੰਜਾਬ ਦੇ ਵਿੱਚ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀ ਪਾਰਟੀਆਂ ਇਸ ਵੇਲੇ ਕਿਸਾਨਾਂ ਦੇ ਨਾਲ ਖੜੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਔਰ ਆਪਣੇ ਆਪਣੇ ਪੱਧਰ ਤੇ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਕਿ ਅਸੀਂ ਤੁਹਾਡੀ ਗੱਲ ਰੱਖ ਰਹੇ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਇਸੇ ਵਜ੍ਹਾ ਕਰਕੇ ਦੇਰ ਰਾਤ ਅਸੀਂ ਦੇਖਿਆ ਕਿ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਧਰਨਾ ਲਗਾ ਕੇ ਪਾਰਲੀਮੈਂਟ ਦੇ ਅੰਦਰ ਹੀ, ਹਾਊਸ ਦੇ ਅੰਦਰ ਬੈਠੇ ਰਹੇ। ਤਾਂ ਸਵੇਰ ਹੁੰਦਿਆਂ ਜਦੋਂ ਵਿਰੋਧੀ ਧਿਰਾਂ ਦੀਆਂ ਮੀਟਿੰਗ ਸੱਦੀ ਗਈ, 14 ਪਾਰਟੀਆਂ ਸ਼ਾਮਲ ਹੋਈਆਂ, ਉਸ ਦੇ ਵਿੱਚ ਭਗਵੰਤ ਮਾਨ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਜਿੱਥੇ ਰਾਹੁਲ ਗਾਂਧੀ ਬੈਠੇ ਹੋਏ ਸੀਗੇ। ਤਾਂ ਕਿਤੇ ਨਾ ਕਿਤੇ ਇਕੱਠੇ ਜ਼ਰੂਰ ਹੈ, ਲੇਕਿਨ ਸਾਰਿਆਂ ਦੀ ਮਨਸ਼ਾ ਇਹੀ ਹੈ ਕਿ ਵੋਟ ਕਿਸਾਨ ਦੀ ਜਿਹੜੀ ਹੈ ਉਹਨਾਂ ਦੇ ਨਾਲ ਜਾਵੇ, ਉਹਨਾਂ ਦੇ ਨਾਲ ਖੜੀ ਹੋਵੇ। ਬੀਜੇਪੀ ਨੂੰ ਛੱਡ ਕੇ ਸਾਰੀ ਸਿਆਸੀ ਪਾਰਟੀਆਂ ਇਕਜੁੱਟ ਨੇ, ਲੇਕਿਨ ਆਪਣੇ ਆਪਣੇ ਪੱਧਰ ਤੇ ਆਪਣੇ ਆਪਣੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਹਮਾਇਤ ਦਿੰਦੇ ਹੋਏ ਨਜ਼ਰ ਆ ਰਹੇ ਨੇ। ਪੰਕਜ, ਅਕਾਲੀ ਦਲ ਦੇ ਨੁਮਾਇੰਦੇ ਨਜ਼ਰ ਆਏ? ਅਕਾਲੀ ਦਲ ਦੇ ਨੁਮਾਇੰਦੇ ਇਸ ਵੇਲੇ ਗੇਟ ਦੇ ਉੱਤੇ ਖੜੇ ਨੇ, ਪਾਰਲੀਮੈਂਟ ਦੇ ਗੇਟ ਦੇ ਉੱਤੇ ਖੜੇ ਨੇ, ਉੱਥੇ ਧਰਨਾ ਜਿਹੜਾ ਵਾ ਉਹ ਦੇ ਰਹੇ, ਲੇਕਿਨ 14 ਪਾਰਟੀਆਂ ਦੇ ਵਿੱਚ ਨਜ਼ਰ ਨਹੀਂ ਆ ਰਹੇ। ਉਸ ਦੀ ਇੱਕ ਵੱਡੀ ਵਜ੍ਹਾ ਵਿਜੇ ਇਹ ਵੀ ਹੈ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਅਕਾਲੀ ਅਤੇ ਕਾਂਗਰਸ ਦੀ ਵਿਚਾਰਧਾਰਾ ਵਾ, ਅਗਰ ਦੋਵੇਂ ਇਕੱਠੇ ਬੈਠਦੇ ਨੇ ਤਾਂ ਸਮੀਕਰਨ ਕੁਝ ਹੋਰ ਵੀ ਬਣ ਜਾਣਗੇ, ਚਾਹੇ ਕਿਸਾਨੀ ਦੇ ਮੁੱਦੇ ਤੇ ਹੋਣ। ਇਸ ਕਰਕੇ ਅਕਾਲੀ ਦਲ ਦੇ ਲੀਡਰਾਂ ਵੱਲੋਂ, ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਹਰਸਿਮਰਤ ਕੌਰ ਬਾਦਲ ਹੋਣ, ਜਾਂ ਜਿਹੜੇ ਨੇ ਰਾਜ ਸਭਾ ਦੇ ਮੈਂਬਰ ਨੇ ਬਲਵਿੰਦਰ
ਸਿੰਘ ਭੁੰਦੜ, ਨਰੇਸ਼ ਗੁਜਰਾਲ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਸੀਗੇ, ਲੇਕਿਨ ਉਹ ਆਪਣੇ ਪੱਧਰ ਤੇ ਉਸ ਗੇਟ ਤੇ ਇਸ ਵੇਲੇ ਤਖਤੀਆਂ ਲੈ ਕੇ ਖੜੇ ਨੇ ਜਿੱਥੋਂ ਖੇਤੀਬਾੜੀ ਮੰਤਰੀ ਨਿਕਲਦੇ ਨੇ ਔਰ ਲਗਾਤਾਰ ਮੁਜ਼ਾਹਰਾ ਕਰ ਰਹੇ ਨੇ, ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਰਹੇ ਨੇ ਔਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ 3 ਕਾਨੂੰਨ ਲੈ ਕੇ ਆਂਦੇ ਨੇ ਉਹ ਵਾਪਸ ਲਿੱਤੇ ਜਾਣ। ਜਦੋਂ ਤੱਕ ਵਾਪਸ ਨਹੀਂ ਲਿੱਤੇ ਜਾਣਗੇ ਇਸੇ ਤਰੀਕੇ ਨਾਲ ਵਿਰੋਧ ਹੋਏਗਾ, ਕਿਉਂਕਿ ਪੰਜਾਬ 'ਚ ਸਭ ਤੋਂ ਪੁਰਾਣਾ ਰਿਸ਼ਤਾ ਸੀਗਾ ਅਕਾਲੀ ਭਾਜਪਾ ਦਾ, ਨੂੰਹ ਮਾਂ ਦਾ ਰਿਸ਼ਤਾ ਕਿਹਾ ਜਾਂਦਾ ਸੀ, ਲੇਕਿਨ ਇਹਨਾਂ ਕਾਨੂੰਨਾਂ ਦੀ ਵਜ੍ਹਾ ਕਰਕੇ ਉਹ ਰਿਸ਼ਤਾ ਵੀ ਟੁੱਟ ਗਿਆ। ਜਿਹੜੇ ਸੱਤਾ ਦੇ ਵਿੱਚ ਕੈਬਨਿਟ ਮਿਨਿਸਟਰ ਸੀ ਹਰਸਿਮਰਤ ਕੌਰ ਬਾਦਲ, ਅੱਜ ਉਹਨਾਂ ਮਿਨਿਸਟਰਾਂ ਦੇ ਖਿਲਾਫ ਹੀ ਧਰਨਾ ਦੇ ਰਹੇ ਨੇ, ਉਹਨਾਂ ਮਿਨਿਸਟਰਾਂ ਨੂੰ ਹੀ ਤਖਤੀਆਂ ਦਿਖਾ ਰਹੇ ਨੇ ਜਿਨ੍ਹਾਂ ਨਾਲ ਇੱਕ ਵੇਲੇ ਕੈਬਨਿਟ ਜਿਹੜੀ ਉਹ ਸਾਂਝੀ ਕੀਤੀ ਜਾਂਦੀ ਸੀ। ਠੀਕ ਹੈ ਪੰਕਜ, ਧੰਨਵਾਦ ਇਸ ਜਾਣਕਾਰੀ ਦੇ ਲਈ, ਇਸ ਐਨਾਲਿਸਿਸ ਦੇ ਲਈ। ਤਾਂ 14 ਪਾਰਟੀਆਂ ਦਾ ਇੱਕ ਫਰੇਮ ਦੇ ਵਿੱਚ ਫਿੱਟ ਹੋਣਾ ਕਿਸਾਨੀ ਮੁੱਦੇ ਤੇ ਅਸ਼ਰਫ ਕਾਜ਼ਮੀ ਵੀ ਸਾਡੇ ਸਹਿਯੋਗੀ ਜੋ ਜਾਣਕਾਰੀ ਦੇ ਰਹੇ ਸੀ ਕਿ ਇਸ ਵੇਲੇ ਕਿਉਂਕਿ ਇਸ਼ੂਜ਼ ਐਸੇ ਨੇ ਕਿ ਇਹਨਾਂ ਪਾਰਟੀਆਂ ਨੂੰ ਇਕਜੁੱਟ ਹੋਣਾ ਪਿਆ, ਕਿਉਂਕਿ ਜਦੋਂ ਆਵਾਜ਼ ਚੱਕਣੀ ਹੈ ਤਾਂ ਕੱਲੇ ਉਹਨਾਂ ਦੀ ਆਵਾਜ਼ ਸ਼ਾਇਦ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ, ਜਾਂ ਕੱਲੇ ਉਹ ਵੇਟੇਜ ਪਾਰਟੀਆਂ ਨੂੰ ਨਹੀਂ ਮਿਲਦੀ, ਕਿਉਂਕਿ ਉਹਨਾਂ ਦੇ MP ਬਹੁਤ ਘੱਟ ਨੇ, ਇਸ ਕਰਕੇ ਹਰ ਕੋਈ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰਕੇ ਅੱਗੇ ਨਿਕਲ ਜਾਂਦਾ, ਪਰ ਉਹਨਾਂ ਨੂੰ ਉਹ ਵਾਲੀ ਵੇਟੇਜ ਨਹੀਂ ਮਿਲਦੀ। ਸੋ ਇਸ ਕਰਕੇ 14 ਪਾਰਟੀਆਂ ਨੇ ਹੁਣ ਇਕੱਠੇ ਕਿਸਾਨੀ ਦੇ ਮੁੱਦੇ ਤੇ, ਮਹਿੰਗਾਈ ਦੇ ਮੁੱਦੇ ਤੇ ਔਰ ਜਾਸੂਸੀ ਮਾਮਲੇ ਤੇ ਸਰਕਾਰ ਨੂੰ ਘੇਰਨ ਦਾ ਪਲਾਨ ਬਣਾਇਆ ਹੈ। ਥੋੜੀ ਦੇਰ ਦੇ ਵਿੱਚ ਮੀਡੀਆ ਦੇ ਮੁਖਾਤਿਬ ਹੋ ਸਕਦੇ ਨੇ, ਰਾਹੁਲ ਗਾਂਧੀ ਮੀਡੀਆ ਦੇ ਨਾਲ ਗੱਲਬਾਤ ਕਰ ਸਕਦੇ ਨੇ, ਉਹ ਦੱਸਣਗੇ ਕਿ ਉਹਨਾਂ ਦੀ ਸਟ੍ਰੈਟਜੀ ਕਿਸ ਤਰੀਕੇ ਨਾਲ ਰਹੇਗੀ, ਕੀ ਉਹਨਾਂ ਦੀਆਂ ਮੰਗਾਂ ਨੇ, ਕੀ ਉਹ ਸਰਕਾਰ ਤੋਂ ਚਾਹੁੰਦੇ ਨੇ, ਔਰ ਉਸ ਤੋਂ ਬਾਅਦ ਫਿਰ ਅੱਗੇ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਇਹ 14 ਪਾਰਟੀਆਂ ਦੀ ਜਿਹੜੀ ਇਕਜੁੱਟਤਾ ਹੈ ਜਾਂ 14 ਪਾਰਟੀਆਂ ਦੀ ਇਹ ਇਕੱਠੀ ਰਣਨੀਤੀ ਹੈ ਕਿਸ ਤਰੀਕੇ ਨਾਲ ਅੱਗੇ ਵਧਦੀ ਹੈ। ਤੇ ਲੋਕ ਸਭਾ 'ਚ ਧਰਨਾ ਦੇਣ ਤੇ ਗੁਰਜੀਤ ਔਜਲਾ ਦਾ ਬਿਆਨ ਆਇਆ ਹੈ ਕਿ ਹਾਲਾਤਾਂ ਮੁਤਾਬਕ ਇਹੋ ਜਿਹੇ ਤਰੀਕੇ ਜਿਹੜੇ ਨੇ ਉਹ ਅਪਣਾਉਣੇ ਪੈਂਦੇ ਨੇ। ਔਜਲਾ ਨੇ ਕਿਹਾ ਕਿ ਸਾਡੇ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਿਆ, ਸਰਕਾਰ ਕਿਸਾਨੀ ਮੁੱਦੇ ਤੇ ਚਰਚਾ ਕਰਨ ਦੇ ਲਈ ਤਿਆਰ ਨਹੀਂ ਹੈ ਔਰ ਕਿਸਾਨੀ ਮੁੱਦਾ ਸਾਡੇ ਲਈ ਸਭ ਤੋਂ ਵੱਡਾ ਹੈ। ਗੁਰਜੀਤ ਔਜਲਾ ਜਿਹੜੇ ਅੰਮ੍ਰਿਤਸਰ ਤੋਂ MP ਨੇ ਕਾਂਗਰਸ ਪਾਰਟੀ ਦੇ, ਉਹਨਾਂ ਵੱਲੋਂ ਬਿਆਨ ਦਿੱਤਾ ਗਿਆ। ਦਰਅਸਲ ਗੁਰਜੀਤ ਔਜਲਾ ਅਤੇ ਰਵਨੀਤ ਬਿੱਟੂ ਨੇ ਕੱਲ ਸੰਸਦ ਦੇ ਅੰਦਰ ਧਰਨਾ ਦਿੱਤਾ ਸੀ, ਕਾਫੀ ਦੇਰ ਰਾਤ ਤੱਕ ਉਹ ਸੰਸਦ ਦੇ ਅੰਦਰ ਡਟੇ ਰਹੇ। ਇਹ ਤਸਵੀਰਾਂ ਵੀ ਸਾਹਮਣੇ ਆਈਆਂ ਸੀ, ਕੁਝ ਵੀਡੀਓਜ਼ ਵੀ ਸਾਹਮਣੇ ਆਏ ਸੀ ਸੰਸਦ ਦੇ ਅੰਦਰੋਂ, ਔਰ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਧਰਨਾ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ, ਕਿਉਂਕਿ ਸਰਕਾਰ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਨੂੰ ਤਿਆਰ ਨਹੀਂ ਹੈ, ਖਾਸ ਕਰਕੇ ਕਿਸਾਨੀ ਮੁੱਦੇ ਤੇ ਸਰਕਾਰ ਚਰਚਾ ਕਰਨ ਨੂੰ ਤਿਆਰ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਇਹ ਧਰਨਾ ਦੇਣਾ ਪਿਆ। ਅੱਜ 14 ਪਾਰਟੀਆਂ ਇਕੱਠੀਆਂ ਹੋਈਆਂ ਨੇ ਔਰ ਕਾਂਗਰਸ ਦੀ ਅਗਵਾਈ ਦੇ ਵਿੱਚ ਹੀ ਹੁਣ ਸਰਕਾਰ ਤੇ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਕਿ ਸਰਕਾਰ ਘੱਟੋ ਘੱਟ ਇਸ ਮੁੱਦੇ ਤੇ ਚਰਚਾ ਲਈ ਸਾਹਮਣੇ ਜ਼ਰੂਰ ਆਵੇ। हमारे साथ बात करने के लिए गुरजीत औजला हैं। आइए बात करते हैं सर, एक नया तरीका, कल सुर्खियों में रहे हैं आप, पार्लियामेंट में ही बैठ गए, क्या कहना चाहेंगे? जो हालात बनते हैं ना वो तरीके नए निकाल देते हैं। कोई भी मन में सोचा नहीं था कि ऐसा भी करने का जरूरत पड़ेगी, लेकिन हालात ऐसे पैदा कर दिए सरकार ने कि ये तरीके अपने आप निकलते आ रहे हैं। जो ज़रूरत है ना वो नई इनोवेशन होती है उसमें से। तो कल जो पार्लियामेंट चला तो लगातार इन्होंने सस्पेंड किया 15-15, 20-20 मिनट में, और परसों से ये बात चल रही थी कि ये अपना बिल पास कराते जा रहे हैं, अपना बिजनेस कराते जा रहे हैं। हमारी डिमांड ये है कि आप पहले किसानों की बात करो, किसान मजदूर और आम आदमी का जुड़ा हुआ मसला उससे बात करो, उस पर आप हाउस में 2 दिन के ऊपर इस पर बात करो, उसके बाद इसको रिपील करो। उसके बाद महंगाई का मुद्दा है बड़ा, तेल है, पेट्रोल है, डीजल है, रसोई गैस है, ये लोगों से जुड़े हुए मुद्दे हैं, किसान से जुड़ा हुआ मुद्दा है, इस पे बहस करो। कोरोना के ऊपर बहस होने वाली है, कोरोना में लाखों जाने चलेगी, आप क्या कर रही थी सरकार। उसके बाद पैक्सस है, ये कई मुद्दे हैं, लेकिन सबसे पहला मुद्दा किसान मजदूर का मुद्दा है, लेकिन सरकार भाग रही है पिछले 7 दिन से। अब इन्होंने क्या शुरू किया कि अपना बिजनेस कर रहे हैं। तो जब हम हाउस रिजर्व हुआ तो हमने उसको बोला कि चलो ये बात आप गलत कर रहे हो, ये मत करो, नहीं तो अनुशासनहीनता हो जाएगी हमसे भी, आप नहीं रुक रहे। उन्होंने बोला ये तो ऐसे होगा, हमने बोला फिर बैठ जाते हैं, ऐसे होगा हम नहीं निकलेंगे। फिर हम 2 ही सांसद थे वहाँ, उसके बाद हम फोन नहीं वहाँ से चलता इसलिए बाहर बात नहीं हो सकी, लेकिन इनको हमने बोला कि अब उसके बाद जब बात हुई कि अब आप जा तो हाउस रिजर्व करो और जाए इस पे बात करो, 2 ही बात है, इसके बाद हम कोई बिजनेस नहीं होने देंगे। तो इसलिए हमने धरना वहाँ रखा। जब उनकी बात हुई उनके मार्शल वगैरह की, उन्होंने विश्वास दिलाया कि सुबह स्पीकर साहब इस पे बात करेंगे और जो आप बात रखोगे उनके समक्ष रखो। वो बोले हम हल इसका निकालेंगे। तो आज स्पीकर साहब से बात होगी आपकी। और एक बात और कि इतने दिन हो गए संसद को चलते हुए
मगर हंगामा हंगामा हंगामा, कहीं बातचीत नहीं हो रही है। और विपक्ष की बात करें तो तमाम जो राजनीतिक दल हैं अपने अपने तरह से विरोध जता रहे हैं। क्यों नहीं आप सब लोग एक साथ आ जाते? सुखबीर बादल भी यही मांग कर रहे हैं कि जब किसानों का मुद्दा एक है, सबके मुद्दे एक हैं, तो क्यों ना सारा विपक्ष एक साथ आ जाए। देखो, हमारी जो पार्टी सबसे बड़ी पार्टी है, 52 के करीब हमारे सांसद हैं वहाँ पार्लियामेंट, तो हमने तो डे 1 से किसान का मुद्दा उठाया हुआ है। सुखबीर बादल जी जो बात कर रहे हैं, जो जन्मदाता हैं इस बिल के, चलो आज वो विरोध में है, उनकी डिमांड है कि सारे इकट्ठे हो। 2 आदमी हैं, वो मियाँ बीबी हैं, उसके बाद भगवंत मान जी एक हैं, हनुमान बेनीवाल एक हैं, 4 आदमी वो और 52-53 जी लोग। हम डे 1 से मुद्दा किसान का उठा रहे हैं, लेकिन जो दूसरी पार्टी हैं वो अपने क्षेत्र के हिसाब से चल रहे हैं। कैमरा पर्सन मुनमुन के साथ मैं रवि मिश्रा, न्यूज़ 18 नई दिल्ली। ਤੇ ਹੁਣ ਗੱਲ ਗੈਂਗਸਟਰਾਂ ਦੀ। ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਤੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਨਿਊਜ਼ 18 ਤੇ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਆਪਰੇਸ਼ਨ ਨੂੰ ਅੰਜਾਮ ਦੇਣਾ ਸਾਡੇ ਲਈ ਬੇहद ਚੁਣੌਤੀਪੂਰਨ ਸੀ, ਕਿਉਂਕਿ ਉਸ ਘਰ ਦੇ ਵਿੱਚ ਹੋਰ ਵੀ ਲੋਕ ਮੌਜੂਦ ਸਨ। ਜਿਸ ਘਰ ਦੇ ਵਿੱਚ ਇਹ ਗੈਂਗਸਟਰ ਲੁਕੇ ਹੋਏ ਸੀ, ਉਸ ਘਰ ਦੇ ਵਿੱਚ ਕੁਝ ਮਹਿਲਾਵਾਂ ਸੀ, ਕੁਝ ਬੱਚੇ ਸੀ। ਸੋ ਉਹਨਾਂ ਨੇ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਸਰੈਂਡਰ ਕਰਨ ਦੀ ਅਨਾਉਂਸਮੈਂਟ ਕਰਵਾਈ। ਦੋਵਾਂ ਗੈਂਗਸਟਰਾਂ ਦੀ ਅਪਰਾਧਿਕ ਹਿਸਟਰੀ ਕਾਫੀ ਲੰਬੀ ਹੈ। ਗੁਰਪ੍ਰੀਤ ਸੇਖੋਂ ਤੇ 8 ਕਤਲ ਦੇ ਇਲਜ਼ਾਮ ਨੇ ਔਰ ਗੁਰਪ੍ਰੀਤ ਸੇਖੋਂ ਤੇ ਆਪਣੀ ਸਕੀ ਭੈਣ ਦੇ ਕਤਲ ਦੇ ਵੀ ਇਲਜ਼ਾਮ ਨੇ। ਗੁਰਪ੍ਰੀਤ ਸੇਖੋਂ ਜਿਹੜੇ ਵੱਡੇ ਗਾਇਕ ਨੇ, ਉਹਨਾਂ ਤੋਂ ਫਿਰੌਤੀ ਮੰਗਦਾ ਸੀ ਔਰ ਕਾਫੀ ਦੇਰ ਤੋਂ ਫਰਾਰ ਚੱਲ ਰਿਹਾ ਸੀ। ਇੱਕ ਡਬਲ ਮਰਡਰ ਦੇ ਵਿੱਚ ਗੁਰਪ੍ਰੀਤ ਸੇਖੋਂ ਪੁਲਿਸ ਨੂੰ ਲੋੜੀਂਦਾ ਸੀ। ਲੁਧਿਆਣੇ ਜਿਹੜੀ ਪਿਛਲੇ ਦਿਨੀ ਵੱਡੀ ਡਕੈਤੀ ਹੋਈ ਸੀ, ਇੱਕ ਸੋਨਾ ਲੁੱਟਿਆ ਗਿਆ ਸੀ 2.5 ਤੋਲੇ, ਉਸ ਦੇ ਵਿੱਚ ਗੁਰਪ੍ਰੀਤ ਸੇਖੋਂ ਪੁਲਿਸ ਨੂੰ ਲੋੜੀਂਦਾ ਸੀ। ਸੋ ਕੱਲ ਪੁਲਿਸ ਨੂੰ ਇੱਕ ਇਨਪੁਟ ਮਿਲੀ, ਉਸ ਤੋਂ ਬਾਅਦ ਪੁਲਿਸ ਨੇ ਘੇਰਾ ਪਾ ਲਿਆ ਔਰ ਘੇਰਾ ਪਾਉਣ ਤੋਂ ਬਾਅਦ ਕਾਫੀ ਦੇਰ ਤੱਕ ਸਰੈਂਡਰ ਕਰਨ ਦੇ ਲਈ ਪੁਲਿਸ ਵੱਲੋਂ ਕਿਹਾ ਜਾਂਦਾ ਰਿਹਾ ਔਰ ਅਖੀਰ ਜਦੋਂ ਮੰਨ ਗਏ ਤਾਂ ਪੁਲਿਸ ਨੇ ਇਹਨਾਂ ਗੈਂਗਸਟਰਾਂ ਨੂੰ ਸਰੈਂਡਰ ਕਰਵਾ ਲਿਆ। ਹਥਿਆਰ ਵੀ ਇਹਨਾਂ ਕੋਲੋਂ ਬਰਾਮਦ ਹੋਏ ਨੇ। ਏਆਈਜੀ ਗੁਰਮੀਤ ਚੌਹਾਨ ਨੇ ਅੱਜ ਨਿਊਜ਼ 18 ਨਾਲ ਗੱਲਬਾਤ ਕਰਦੇ ਇਸ ਪੂਰੇ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ। ਏਆਈਜੀ ਗੁਰਮੀਤ ਸਿੰਘ ਚੌਹਾਨ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ, ਇਹ ਸਾਰਾ ਜਿਹੜਾ ਆਪਰੇਸ਼ਨ ਹੋਇਆ, ਪੁਲਿਸ ਨੂੰ ਇਨਫੋਰਮੇਸ਼ਨ ਸੀਕ੍ਰੇਟ ਸੀ ਆਬਵੀਅਸਲੀ, ਜਿਹੜਾ ਇਹ ਦੋਨੋਂ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਹੈ, ਕਿਸ ਤਰ੍ਹਾਂ ਇਹ ਪੂਰਾ ਆਪਰੇਸ਼ਨ ਜਿਹੜਾ ਹੈ ਤੁਸੀਂ ਸੋਲਵ ਕੀਤਾ? ਇਹ ਇੱਕ ਸਪੈਸੀਫਿਕ ਜਿਹੜਾ ਹੈਗਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜੀ, ਤੇ ਉਹਦੇ 'ਚ ਸੋਰਸ ਤੇ ਟੈਕਨੀਕਲ ਇਨਪੁਟਸ ਦੇ ਬੇਸ ਤੇ ਅਸੀਂ ਆਇਡੈਂਟੀਫਾਈ ਕੀਤਾ ਸੀਗਾ ਇਹ ਜਿਹੜਾ ਹੈਗਾ ਦਿਆਲ ਸਿੰਘ ਪ੍ਰੀਤ ਸੇਖੋਂ, ਤੇ ਦੀ ਪੋਸੀਬਿਲਿਟੀ ਸਾਨੂੰ ਇੱਕ ਪ੍ਰੋਬੇਬਿਲਿਟੀ ਸੀਗੀ ਕਿ ਅਜਨਾਲੇ ਦੇ ਏਰੀਏ ਦੇ ਵਿੱਚ ਕਿਸੇ ਹਾਈਡ ਆਊਟ ਦੇ ਵਿੱਚ ਲੁਕਿਆ ਹੋਇਆ ਹੈ। ਤੇ ਉਸ ਇਨਫੋਰਮੇਸ਼ਨ ਨੂੰ ਅਸੀਂ ਪ੍ਰੋਸੈਸ ਕਰਕੇ ਫਰਦਰ ਅੰਮ੍ਰਿਤਸਰ ਰੂਰਲ ਪੁਲਿਸ ਦੀ ਨਾਲ ਸ਼ੇਅਰ ਕਰਕੇ ਉਹਨਾਂ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜਾ ਹੈਗਾ ਕੱਲ ਇਹਨਾਂ ਨੂੰ ਦੋਨਾਂ ਨੂੰ ਸ਼ਖਸਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ। ਸਰ, ਇੱਕ ਗੁਰਲਾਲ ਸਿੰਘ ਨਾਂ ਦਾ ਵੀ ਸਾਹਮਣੇ ਆ ਰਿਹਾ, ਉਹਦੀ ਕੀ ਇਨਵੋਲਵਮੈਂਟ ਸੀਗੀ ਇਹ ਸਾਰੇ ਗੈਂਗਸਟਰਾਂ ਦੇ ਨਾਲ? ਜਿਹੜਾ ਗੁਰਲਾਲ ਸਿੰਘ ਹੈਗਾ ਜੀ, ਉਹ ਇਹਨਾਂ ਦਾ ਐਸੋਸੀਏਟ ਹੈ ਤੇ ਉਸ ਨੇ ਹੀ ਇਹਨਾਂ ਨੂੰ ਇਹ ਹਾਈਡ ਆਊਟ ਪ੍ਰੋਵਾਈਡ ਕੀਤਾ ਸੀਗਾ। ਤੁਸੀਂ ਦੱਸਿਆ ਕਿ ਕਾਫੀ ਅਪਰਾਧਿਕ ਜਿਹੜੇ ਮਾਮਲੇ ਦਰਜ ਨੇ, ਸੇਖੋ ਦੀ ਅਸੀਂ ਗੱਲ ਕਰੀਏ, ਜਰਮਨਜੀਤ ਦੀ ਗੱਲ ਕਰੀਏ, ਇਹਨਾਂ ਕੋਲੋਂ ਕੀ ਰਿਕਵਰ ਜਿਹੜਾ ਹੈ ਉਹ ਹੋਇਆ ਹੈ? ਇਹਨਾਂ ਤੋਂ ਜੀ 4 ਪਿਸਟਲਸ ਰਿਕਵਰ ਹੋਏ ਨੇ ਤੇ ਇੱਕ ਡਬਲ ਬੈਰਲ ਗਨ ਹੈ। 4 ਪਿਸਟਲਸ ਦੇ ਵਿੱਚੋਂ ਇੱਕ ਇੰਪੋਰਟਡ ਪਿਸਟਲ ਹੈ ਤੇ ਕਾਫੀ ਐਮੂਨੀਸ਼ਨ ਹੈ। ਇੱਕ ਇਹਨਾਂ ਤੋਂ ਸਵਿਫਟ ਗੱਡੀ ਜਿਹੜੀ ਹੈਗੀ ਹੈ ਉੱਥੇ ਤਰਨਤਾਰਨ ਤੋਂ ਹੀ ਸਨੈਚ ਕੀਤੀ ਹੋਈ ਸੀਗੀ, ਉਹ ਮਿਲੀ ਹੈ। ਬਾਕੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਬੜਾ ਚੈਲੰਜਿੰਗ ਟਾਸਕ ਸੀਗਾ, ਕਿਉਂਕਿ ਨਾਰਮਲ ਜੇ ਬਾਹਰ ਕਿਸੇ ਆਈਸੋਲੇਟਡ ਜਗ੍ਹਾ ਦੇ ਹੋਵੇ ਜਾਂ ਬੈਕ ਦੇ ਵਿੱਚ ਹੋਵੇ ਜਿੱਥੇ ਫੈਮਿਲੀ ਨਾ ਹੋਵੇ, ਉੱਥੇ ਥੋੜਾ ਜਿਹਾ ਅਰੈਸਟ ਕਰਨਾ ਸੌਖਾ ਹੁੰਦਾ, ਪਰ ਇਸ ਪਾਰਟਿਕੂਲਰ ਕੇਸ ਦੇ ਵਿੱਚ ਕਿਉਂਕਿ ਇਹ ਪਿੰਡ ਦੇ ਵਿੱਚ ਘਰ ਹੈ, ਉਹਦੇ ਆਜੂ ਬਾਜੂ ਬੜੇ ਘਰ ਨੇ, ਕੀ ਕਹਿੰਦੇ ਨੇ, ਪੁਰਾਣਾ ਪਿੰਡ ਹੋਣ ਕਰਕੇ, ਕਾਫੀ ਵੱਡਾ ਪਿੰਡ ਹੋਣ ਕਰਕੇ, ਤੇ ਸੈਕੰਡਲੀ ਜਿਹੜੀ ਸੀਗੀ ਇਹਦੇ ਘਰ ਦੇ ਵਿੱਚ ਲੇਡੀਜ਼ ਸੀਗੀਆਂ, ਇੱਕ ਬੱਚਾ ਸੀ, ਇੱਕ ਬਜ਼ੁਰਗ ਸੀ। ਸੋ ਇਹ ਬਹੁਤ ਜ਼ਿਆਦਾ ਜਦੋਂ ਅਸੀਂ ਆਇਡੈਂਟੀਫਾਈ ਕੀਤਾ ਤਾਂ ਸਾਡੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੋ ਗਿਆ ਸੀਗਾ ਕਿ ਇਹਨੂੰ ਆਪਰੇਸ਼ਨ ਨੂੰ ਪਲਾਨ ਕਰਨਾ। ਤੇ ਜਿਹੜੀ ਟੀਮ ਉੱਥੇ ਮੌਕੇ ਤੇ ਸੀਗੀ, ਜਿਹੜੇ ਤੁਸੀਂ ਵਿਜ਼ੂਅਲਸ ਵੀ ਦੇਖੇ ਆ, ਉਹਨਾਂ ਨੇ ਬਹੁਤ ਜ਼ਿਆਦਾ ਰਿਸਟ੍ਰੇਨ ਤੋਂ ਕੰਮ ਲਿਆ ਤੇ ਈਵਨ ਇਹਨਾਂ ਨੇ ਫਾਇਰ ਵੀ ਕੀਤਾ, ਪਰ ਪੁਲਿਸ ਨੇ ਜਿਹੜਾ ਬੜੀ ਸੂਝ-ਬੂਝ ਨਾਲ ਉਹਨਾਂ ਨੂੰ ਜਿਹੜਾ ਹੈਗਾ ਕੰਪੈਲ ਕੀਤਾ ਤੇ ਉਹਨਾਂ ਨੂੰ ਪਰਸੂਏਡ ਕੀਤਾ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਚੋਂ ਪੰਚਾਇਤ ਦੇ ਥਰੂ ਅਨਾਉਂਸਮੈਂਟ ਕਰਾ ਕੇ ਜਿਹੜਾ ਹੈਗਾ ਉਹ ਤੋਂ ਹਥਿਆਰ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਹਾਜ਼ਰ ਹੋਣੇ ਆ।